ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਸਵਾਗਤ ਤੁਹਾਡਾ ਪੰਜਾਬ ਚਰਚਾ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਸੀਨੀਅਰ ਜਰਨਲਿਸਟ ਮਨਜੀਤ ਸਿੰਘ ਜੀ। ਵੈਲਕਮ ਟੂ ਪੰਜਾਬ ਚਰਚਾ ਮਨਜੀਤ ਜੀ। ਬਹੁਤ ਬਹੁਤ ਧੰਨਵਾਦ ਜੀ। ਅੱਜ ਕੱਲ ਮਨਜੀਤ ਜੀ ਵਿਚਾਰ ਵਟਾਂਦਰਾ ਲੋਕ ਕਰਦੇ ਨਹੀਂ ਤੇ ਬਸ ਆਪਸ ਦੇ ਵਿੱਚ ਬਿਆਨਬਾਜ਼ੀ ਕੁਸ਼ਤੀ ਚੱਲਦੀ ਹੈ ਸ਼ਬਦਾਂ ਦੀ। ਉਹ ਆਪਣੇ ਵੱਲੋਂ ਕੁਝ ਨਾ ਕੁਝ ਕਹਿ ਦਿੰਦਾ ਹੈ, ਦੂਜਾ ਬੰਦਾ ਆਪਣੇ ਵੱਲੋਂ ਕੋਈ ਨਾ ਕੋਈ ਜਵਾਬ ਦੇ ਦਿੰਦਾ ਹੈ। ਟੀਵੀ ਤੇ ਹੀ ਬੋਲਦੇ ਨੇ ਜਾਂ ਸਟੇਜਾਂ ਤੇ ਬੋਲਦੇ ਨੇ, ਆਮੋ ਸਾਹਮਣੇ ਬਹਿ ਕੇ ਵਿਚਾਰ ਵਟਾਂਦਰਾ ਨਹੀਂ ਕਰਦੇ। ਸਿਆਣੇ ਕਹਿੰਦੇ ਨੇ ਭਾਵੇਂ ਤੁਸੀਂ ਓਪੋਜੀਸ਼ਨ ਦੇ ਵਿੱਚ ਵੀ ਕਿਉਂ ਨਾ ਹੋਵੋ ਤਾਂ ਵੀ ਜੋ ਗਵਰਨਮੈਂਟ ਚੱਲ ਰਹੀ ਹੈ, ਜੋ ਸਰਕਾਰ ਬਣਾ ਕੇ ਬੈਠੀ ਪਾਰਟੀ ਹੈ, ਉਹਦੇ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰੋ, ਕਿਉਂਕਿ ਸਵਾਲ ਹੈ ਦੇਸ਼ ਦਾ, ਸਵਾਲ ਹੈ ਸੂਬੇ ਦਾ। ਸੂਬੇ ਨੂੰ ਵਧੀਆ ਬਣਾਉਣਾ ਹੈ, ਦੇਸ਼ ਨੂੰ ਵਧੀਆ ਬਣਾਉਣਾ ਹੈ। ਕਿਹਨੂੰ ਚੁਣਿਆ ਲੋਕਾਂ ਨੇ, ਕਿਹਨੂੰ ਨਹੀਂ ਚੁਣਿਆ, ਇਹ ਤੇ ਲੋਕਾਂ ਦੀ ਵੋਟਿੰਗ ਪਾਵਰ ਹੈ, ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਇਹ ਗਜ਼ਬ ਦੀ ਕਮਾਲ ਦੀ ਚੀਜ਼ ਹੈ। ਜਿਹਨੂੰ ਲੋਕ ਜਿਤਾਉਣਾ ਚਾਹਣ ਜਿਤਾਉਂਦੇ ਨੇ, ਜਿਹਨੂੰ ਨਾ ਜਿਤਾਉਣਾ ਚਾਹਣ ਨਹੀਂ ਜਿਤਾਉਂਦੇ। ਪਰ ਅਸੀਂ ਸਾਰੇ ਦੇਸ਼ ਦੇ ਸਗੇ ਬਣ ਕੇ, ਸੂਬੇ ਦੇ ਸਗੇ ਬਣ ਕੇ ਵਿਚਾਰ ਵਟਾਂਦਰਾ ਕਰੀਏ, ਸੰਵਾਦ ਰਚੀਏ, ਡਾਇਲੋਗ ਰਚੀਏ ਤਾਂ ਕਿ ਸਭ ਦਾ ਭਲਾ ਹੋ ਸਕੇ। ਪਰ ਵਿਚਾਰ ਵਟਾਂਦਰੇ ਦੀ ਕਮੀ ਹੈ ਤੇ ਆਪਸ ਦੇ ਵਿੱਚ ਬਿਆਨਬਾਜ਼ੀਆਂ ਚੱਲਦੀਆਂ ਨੇ। ਕਈ ਵਾਰ ਅਜਿਹੇ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਦਾ ਕੋਈ ਮਹੱਤਵ ਨਹੀਂ, ਜਿਨ੍ਹਾਂ ਦੀ ਕੋਈ ਹੋਂਦ ਨਹੀਂ, ਉਹਨਾਂ ਨੂੰ ਹੋਂਦ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਖਾਮ-ਖਾਹ ਦੇ ਮੁੱਦੇ ਖੜੇ ਕਰਦੇ ਹਾਂ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਨਾ ਸੂਬੇ ਨਾਲ ਨਾ ਦੇਸ਼ ਦੇ ਨਾਲ। ਬਸ ਆਪਣੀ ਰਾਜਨੀਤੀ ਚਮਕਾਉਣ ਦੇ ਵਾਸਤੇ ਕੋਈ ਨਾ ਕੋਈ ਨਵੀਂ ਗੱਲ, ਕੋਈ ਨਾ ਕੋਈ ਨਵਾਂ ਮੁੱਦਾ ਕੱਢ ਕੇ ਰੱਖ ਦਿੰਦੇ ਹਾਂ, ਬਿਨਾਂ ਇਹ ਸੋਚੇ ਸਮਝੇ ਕਿ ਅੱਗੇ ਜਾ ਕੇ ਇਹਦੇ ਨਤੀਜੇ ਕੀ ਹੋ ਸਕਦੇ ਨੇ। ਸੋ ਪਹਿਲਾ ਕਦਮ ਹੁੰਦਾ ਹੈ ਕਿਸੇ ਵੀ ਸੰਕਟ ਦਾ ਹੱਲ ਕਰਨ ਵਾਸਤੇ ਕਿ ਵਿਚਾਰ ਵਟਾਂਦਰਾ ਕੀਤਾ ਜਾਵੇ। ਸੋ ਆਪਾਂ ਵਿਚਾਰ ਵਟਾਂਦਰੇ ਤੇ ਆਉਂਦੇ ਹਾਂ। ਸਭ ਤੋਂ ਪਹਿਲਾਂ ਜੋ ਬਜਟ ਆਇਆ ਹੈ ਸਾਡਾ ਸਨ 2023 ਦੇ ਵਿੱਚ, ਜੋ ਕਿ ਭਾਰਤੀ ਜਨਤਾ ਪਾਰਟੀ ਦਾ ਇਸ ਵਕਤ ਦੀ ਟਰਮ ਦਾ ਆਖਰੀ ਬਜਟ ਹੈ, ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਰੋਜ਼ਗਾਰ ਦੇ ਬਾਰੇ ਕੋਈ ਖਾਸ ਗੱਲ ਨਹੀਂ, ਵੱਧ ਰਹੀਆਂ ਕੀਮਤਾਂ ਬਾਰੇ, ਵੱਧ ਰਹੀ ਮਹਿੰਗਾਈ ਬਾਰੇ ਕੋਈ ਖਾਸ ਗੱਲ ਨਹੀਂ, ਵੱਧ ਰਹੀ ਬੇਰੁਜ਼ਗਾਰੀ ਬਾਰੇ ਕੋਈ ਖਾਸ ਗੱਲ ਨਹੀਂ। ਬਸ ਇਨਕਮ ਟੈਕਸ ਜਮਾਤ ਜਿਹੜੀ ਕਿ ਬਹੁਤ ਘੱਟ ਹੈ, ਉਸ ਨੂੰ ਥੋੜ੍ਹਾ ਬਹੁਤ ਫਾਇਦਾ ਹੋਇਆ ਹੈ, ਉਹਨੂੰ ਮਾਮੂਲੀ ਜਿਹੀ ਰਾਹਤ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਬਜਟ ਉਸੇ ਤਰ੍ਹਾਂ ਹੀ ਹੈ, ਕਾਰਪੋਰੇਟ ਪੱਖੀ ਹੈ, ਆਮ ਲੋਕਾਂ ਦੇ ਪ੍ਰਤੀ ਇੱਕ ਮੁਖੌਟਾ, ਇੱਕ ਸਬਜ਼ ਬਾਗ ਵਿਖਾਉਣ ਦਾ ਜਿਹੜਾ ਰਵੱਈਆ, ਜਿਹੜਾ ਨਜ਼ਰੀਆ, ਜਿਹੜੀ ਰਿਵਾਇਤ ਚੱਲਦੀ ਪਈ ਹੈ, ਸਬਜ਼ ਬਾਗ ਦਿਖਾਓ, ਡ੍ਰੀਮ ਮਰਚੈਂਟ, ਸੁਪਨਿਆਂ ਦੇ ਸੌਦਾਗਰ। ਸੋ ਤੁਹਾਡੀ ਕੀ ਰਾਏ ਹੈ? ਇਹ ਥੋੜ੍ਹਾ ਕੰਸੋਲੀਡੇਟ ਕਰਦੇ ਹਾਂ ਇਸ ਵਿਸ਼ੇ ਨੂੰ, ਜਿਹੜਾ ਬਜਟ ਹੈ ਇਹਦੇ ਬਾਰੇ, ਕਿਉਂਕਿ ਇਹਦੀ ਲਾਈਟ ਦੇ ਵਿੱਚ ਹੀ ਅਸੀਂ ਬਾਕੀ ਚੀਜ਼ਾਂ ਦੇਖ ਸਕਦੇ ਹਾਂ। ਦੇਖੋ, ਅਸਲ 'ਚ ਜਿਹੜੀ ਸਾਡੀ ਰਾਜਨੀਤੀ ਹੈਗੀ, ਉਹ ਪਹਿਲਾਂ ਤੇ ਜਦੋਂ ਆਪਾਂ ਦੇਖਦੇ ਹਾਂ ਕਲਾਸੀਕਲ ਮਾਡਲ ਜਿੱਥੋਂ ਇਹ ਸਾਰੀ ਡੈਮੋਕ੍ਰੇਸੀ ਨਿਕਲੀ ਕਿ ਤੁਸੀਂ ਚੰਗੇ ਕੰਮ ਕਰੋਗੇ, ਚੰਗੇ ਵਿਚਾਰ, ਜਾਣੀ ਅਸਲ ਵਿੱਚ ਜਿਸ ਤਰ੍ਹਾਂ ਇੱਕ ਬਾਗ ਦਾ ਮਾਲੀ ਰੱਖਿਅਕ ਹੁੰਦਾ ਆ, ਪਾਰਟੀਆਂ ਜਾਂ ਪੋਲੀਟੀਕਲ ਲੀਡਰ ਉਸੇ ਤਰੀਕੇ ਨਾਲ ਸਮਾਜ ਦੇ ਰੱਖਿਅਕ ਵਾਂਗੂ ਮੰਨੇ ਜਾਂਦੇ, ਜਾਣੀ ਇਨ ਥੀਰੀ, ਜਾਣੀ ਸਾਡੇ ਜਿਹੜੇ ਵਿਚਾਰ ਦੇ ਮੁਤਾਬਕ। ਹੁਣ ਆਪਾਂ ਦੇਖਦੇ ਕੀ ਹੈ ਕਿ ਸਭ ਤੋਂ ਵੱਧ ਜੇ ਕੋਈ ਬਦਨਾਮ, ਖੌਫਨਾਕ, ਖਤਰਨਾਕ, ਝੂਠ ਫਰੇਬੀ ਜਮਾਤ ਹੈ, ਉਹ ਰਾਜਨੀਤਿਕ ਜਮਾਤ ਲੱਗਦੀ ਹੈ। ਮੈਂ ਕਿਉਂ ਇਹ ਸ਼ਬਦ ਸਾਰੇ ਵਰਤ ਰਿਹਾ ਹਾਂ, ਕਿਉਂਕਿ ਤੁਸੀਂ ਦੇਖ ਲਓ ਕਿ ਇਹ ਜਿਹੜਾ ਅਡਾਨੀ ਵਾਲਾ ਹੀ ਕੇਸ ਆਇਆ ਸੀਗਾ, 3 ਬੰਦਰਗਾਹਾਂ ਦਾ ਇਹੋ ਜਿਹਾ ਤੁਹਾਡੇ ਕੋਲ ਖੁਲਾਸਾ ਨਹੀਂ, ਤਿੰਨ ਕਾਰਪੋਰੇਟਾਂ ਦਾ ਇਹੋ ਜਿਹਾ ਖੁਲਾਸਾ ਆਇਆ ਜਿੱਥੇ ਸਿੱਧਾ ਪ੍ਰਧਾਨ ਮੰਤਰੀ ਵੱਲੋਂ ਆਪਣੀਆਂ ਜਾਂਚ ਏਜੰਸੀਆਂ ਨੂੰ ਵਰਤ ਕੇ ਅਡਾਨੀ ਦੇ ਖਾਤੇ 'ਚ ਸਾਰਾ ਕੁਝ ਪਾਇਆ। ਫਾਰ ਇੰਸਟੈਂਸ ਕ੍ਰਿਸ਼ਨਾਪਟਨਮ ਆਂਧਰਾ ਪ੍ਰਦੇਸ਼ ਦੀ ਜਿਹੜੀ ਬੰਦਰਗਾਹ ਸੀਗੀ, ਪਹਿਲਾਂ ਏਜੰਸੀਆਂ ਨੂੰ ਦੇ ਦਿੱਤਾ, ਉਹਦੇ ਤੇ ਉਹ ਡਰਾਇਆ ਧਮਕਾਇਆ, 2018 ਦੀ ਗੱਲ ਆ। ਉਦੋਂ ਬਾਅਦ ਇਹਨੂੰ ਭੇਜ ਦਿੱਤਾ ਅਡਾਨੀ ਨੂੰ, ਇਹਨੇ 75% ਉਹਨਾਂ ਦੇ ਸ਼ੇਅਰ ਖਰੀਦ ਲਏ ਤੇ ਬਾਅਦ ਵਿੱਚ ਟੋਟਲ ਕਬਜ਼ਾ ਕਰ ਲਿਆ। ਅੰਬੂਜਾ ਸੀਮੈਂਟ, ACC ਸੀਮੈਂਟ, ਇਹ ਦੋਹਾਂ ਬਾਰੇ ਇਹੋ ਹੀ ਤਰੀਕਾ ਵਰਤਿਆ ਗਿਆ। ਔਰ ਸਭ ਤੋਂ ਜਿਹੜੀ ਚਰਚਿਤ ਗੱਲ ਤੁਸੀਂ ਸੁਣੀ ਵੀ ਹੋਣੀ ਹੈ, ਉਹ ਹੈ ਬੰਬੇ 에ਅਰਪੋਰਟ ਦੀ, GVK। ਉਹ ਹੁਣ ਇੱਕ ਪ੍ਰਾਈਵੇਟ ਕੰਪਨੀ ਕੋਲ ਸੀ। ਬੰਬੇ ਦਾ, ਮੁੰਬਈ ਦਾ 에ਅਰਪੋਰਟ ਜਿਹੜਾ ਉਹ ਬਹੁਤ ਪ੍ਰੋਫਿਟੇਬਲ, ਕਿਉਂਕਿ ਤੁਹਾਨੂੰ ਪਤਾ ਸਾਡੀ ਆਰਥਿਕ ਰਾਜਧਾਨੀ ਮਹਾਰਾਸ਼ਟਰ ਮੁੰਬਈ ਨੂੰ ਮੰਨਿਆ ਜਾਂਦਾ, ਤਾਂ ਉੱਥੇ ਵੀ ਇਹੋ ਹੀ ਤਰੀਕਾ ਭੇਜੋ ਏਜੰਸੀਆਂ ਪ੍ਰਧਾਨ ਮੰਤਰੀ ਵੱਲੋਂ, ਉਹਨਾਂ ਨੂੰ ਡਰਾਓ ਧਮਕਾਓ, ਬਾਅਦ ਵਿੱਚ ਸਸਤੀ ਬੋਲੀ ਲਾ ਕੇ ਜਾਂ ਉਹਨਾਂ ਦਾ ਖਹਿੜਾ ਛਡਾਉਣ ਲਈ ਅਡਾਨੀ ਨੂੰ ਦੇ ਦਿੱਤਾ। ਮੈਂ ਇਹ ਕਹਿਣਾ ਕਿ ਜਦੋਂ ਇੱਕ ਟਾਪ ਦਾ ਬੰਦਾ, ਤੁਸੀਂ ਡਾਇਲੌਗ ਦੀ ਗੱਲ ਸ਼ੁਰੂ ਕੀਤੀ ਹੈ, ਹਾਂਜੀ, ਜਦੋਂ ਇੱਕ ਸਾਡਾ ਹੈਡ ਆਫ ਦਾ ਸਟੇਟ ਨਾਮੀ ਖਾਮੀ ਦੇਸ਼ ਦੇ ਅੰਦਰ ਵਿਦੇਸ਼ਾਂ ਦੇ ਅੰਦਰ
ਜਦੋਂ ਉਹ ਇਸ ਰਸਤੇ ਚੱਲਿਆ ਹੋਊਗਾ ਤੇ ਤੁਸੀਂ ਡਾਇਲੌਗ ਦੀ ਗੱਲ ਸੋਚ ਕਿਵੇਂ ਸਕਦੇ ਆ? ਕਿੱਥੋਂ ਡਾਇਲੌਗ ਹੋ ਜਾਊਗਾ? ਉਹ ਤੇ ਜਿਹੜਾ ਆਲਰੇਡੀ ਮਾੜਾ ਮੋਟਾ ਲੋਕਾਂ ਦੇ ਵਿੱਚ ਆਪਸ ਵਿੱਚ ਡਾਇਲੌਗ ਹੈਗਾ, ਉਹਨੂੰ ਨਹੀਂ, ਉਹੀ ਬਿਲਕੁਲ ਹੀ ਕਿਸੇ ਕਿਸਮ ਦਾ ਚੱਲ ਹੀ ਨਹੀਂ ਰਿਹਾ। ਤੁਸੀਂ ਪਿਛਲੀਆਂ ਪਾਰਲੀਮੈਂਟ ਦੀਆਂ ਪ੍ਰੋਸੀਡਿੰਗਸ ਦੇਖ ਲਓ ਕਿ ਜਦੋਂ ਤੋਂ 2013 ਤੋਂ ਲੈ ਕੇ ਆਨਵਰਡ ਪਿਛਲੇ 8-9 ਸਾਲ ਦੀਆਂ ਕੀ ਹਾਲਤ ਹੁੰਦੀ ਹੈ, ਚਿੱਤਰੋ ਚਿੱਤਰੀ ਹੁੰਦੇ ਆ। ਇਹ ਸ਼ੁਰੂ ਬੀਜੇਪੀ ਵੱਲੋਂ ਕੀਤਾ ਗਿਆ ਸੀ 12-13 ਦੇ ਵਿੱਚ। ਉਦੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਨੇ ਵੀ ਉਹ ਰਵੱਈਆ ਅਪਣਾ ਲਿਆ। ਡਾਇਲੌਗ ਕਿੱਥੇ ਹੋਣਾ ਹੈ? ਨਾ ਬਾਹਰ ਹੁੰਦਾ, ਨਾ ਅੰਦਰ ਹੁੰਦਾ। ਹੁਣ ਤੁਸੀਂ ਬੌਫਰਸ ਬਾਰੇ ਜਾਣਦੇ? ਜੀ ਬੌਫਰਸ ਜਿਹੜੀ ਡੀਲ ਸੀਗੀ, ਉਹਦੇ ਬਾਰੇ ਜਿਹੜੀ ਸਵੀਡਿਸ਼ ਰੇਡੀਓ ਤੇ ਖਬਰ ਆਈ ਸੀ ਕਿ ਇਹਦੇ ਚ ਉਹ ਕਿਕਬੈਕਸ ਕਹਿੰਦੇ ਆ ਉਹਨਾਂ ਨੂੰ, ਹੈ ਨਾ, ਮਤਲਬ ਥੋੜਾ ਬਹੁਤ ਹਿੱਸਾ ਪੱਤੀ ਸਾਰੀ ਇਹ ਫਰਮ ਇੰਡਸਟਰੀ ਵਿੱਚ ਬੰਦੇ ਛੱਡੇ ਹੁੰਦੇ ਆ। ਇਹ ਇੱਕ ਨੋਨ ਫੈਕਟ ਹੈ ਕਿ ਉਹਦੇ ਵਿੱਚ ਉਹ ਹਿੱਸਾ ਪੱਤੀ 5% ਹੋਏ, 10% ਹੋਏ, ਉਹ ਪੋਲੀਟੀਕਲ ਬੰਦਿਆਂ ਨੂੰ ਦੇਣ ਜਾਂ ਡਿਫੈਂਸ ਵਾਲਿਆਂ ਨੂੰ ਦੇਣ, ਉਹ ਚੱਲਦਾ। ਇਹ ਇਸ ਤਰੀਕੇ ਦਾ ਇਹ ਸਾਰਾ ਨੋਨ ਇੱਕ ਕਲਚਰ ਬਣਿਆ ਹੋਇਆ। ਉੱਥੋਂ ਜੀ ਇਹੋ ਜੀ ਖਬਰ ਆਈ ਔਰ ਉਹਦੇ ਤੇ ਇਨਕੁਆਇਰੀ ਹੋਈ। ਇਹ 85-86 ਦੀਆਂ ਗੱਲਾਂ ਹੈਗੀਆਂ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀਗੇ। ਜੀ ਕਿੰਨਾ ਪੈਸਾ ਸੀ? ਸਾਰਾ 64 ਕਰੋੜ। ਇਸ ਵੇਲੇ 60,000 ਕਰੋੜ ਦੀ ਰਫਾਲ ਦੀ ਡੀਲ ਹੋਈ ਹੈ ਜੋ ਕਿਹੜੇ ਢੰਗ ਦੇ ਨਾਲ ਆਪਣੇ ਕਰੋਨੀਜ਼ ਨੂੰ ਦਿੱਤੀ ਗਈ ਹੋਈ ਆ। ਅੰਬਾਨੀਆਂ ਨੂੰ ਦਿੱਤੀ ਗਈ ਜਿਨ੍ਹਾਂ ਦਾ ਕੋਈ ਤਜਰਬਾ ਨਹੀਂ ਸੀ, ਜਦ ਕਿ ਉਹਨਾਂ ਨੂੰ ਦਿੱਤੀ ਨਹੀਂ ਜੀ। ਜਿਹੜੀ ਆਫਸੈਟ ਮਨੀ ਹੁੰਦਾ ਹੈ, ਉਹ ਕਾਫੀ ਵੱਡਾ ਮਨੀ ਆ, ਉਹਨਾਂ ਨੂੰ ਦਿੱਤਾ ਗਿਆ। ਐਗਜ਼ੈਕਟਲੀ। ਹਾਂ, ਇਹ ਸਾਡੇ ਫਿਰ ਤੁਸੀਂ ਡਾਇਲੌਗ ਕਿੱਥੋਂ ਹੋਊਗਾ? ਤੇ ਤੁਸੀਂ ਵਿਰੋਧੀ ਪਾਰਟੀ ਨੂੰ ਜਾਂ ਕਿਸੇ ਵੀ ਨਾ, ਤੁਸੀਂ ਵਿਰੋਧੀਆਂ ਨੂੰ ਛੱਡੋ, ਕੀ ਬੀਜੇਪੀ ਦੇ ਅੰਦਰ ਕਿਸੇ ਐਮਪੀ ਦੀ, ਮਿਨਿਸਟਰ ਦੀ, ਐਮ ਜਾਂ ਹੋਰ ਕਿਸੇ ਲੀਡਰ ਦੀ ਜ਼ਰੂਰਤ ਹੈ ਕਿ ਪ੍ਰਧਾਨ ਮੰਤਰੀ ਦੇ ਵਿਰੁੱਧ ਬੋਲ ਕੇ ਤੇ ਪਾਰਟੀ 'ਚ ਰਹਿ ਸਕੇ? ਐਗਜ਼ੈਕਟਲੀ। ਵਿਰੁੱਧ ਬੋਲਣ ਦਾ ਮਤਲਬ ਇਹ ਨਹੀਂ ਕਿ ਉਹਨੂੰ ਭੰਡਣਾ ਆ ਜਾਂ ਭਰਸਨਾ ਕਰਨੀ ਆ, ਵਿਚਾਰ ਦੇ ਕੇ, ਕਿ ਜਿਹੜਾ ਵਿਚਾਰ ਸ਼ਾਇਦ ਵਿਪਰੀਤ ਹੋਵੇ, ਪੈਰਲਲ ਹੋਵੇ ਜਾਂ ਕੰਟਰਾਡਿਕਟ ਕਰਦਾ ਹੋਵੇ ਪ੍ਰਧਾਨ ਮੰਤਰੀ ਦੇ ਵਿਚਾਰ ਨੂੰ, ਕੋਈ ਬਚ ਸਕਦਾ? ਤਾੜੀਆਂ ਮਾਰੀ ਜਾਂਦੇ ਉੱਥੇ ਬੈਠੇ ਅੰਦਰ ਸਾਰੇ, ਜਿਸ ਤਰ੍ਹਾਂ ਕਿਤੇ ਹੁਣ ਕੀ ਕਹਿਣਾ, ਸ਼ਬਦ ਤੇ ਬੜੇ ਮੇਰੇ ਮਨ ਵਿੱਚ ਗੁੱਸੇ ਵਾਲੇ ਆ ਰਹੇ ਸੀਗੇ ਕਿ ਤੁਸੀਂ ਤਾੜੀਆਂ ਮਾਰਨ ਗਏ, ਉੱਥੇ ਢੋਲਕੀਆਂ ਵਜਾਉਣ ਗਏ, ਪਿੱਛੇ ਤੁਸੀਂ ਕੀਰਤਨ ਕਰਨ ਗਏ ਹੋ, ਅੱਗੇ ਹਿੱਕ ਚੁੱਕੂਗਾ ਪ੍ਰਧਾਨ ਮੰਤਰੀ, ਤੁਸੀਂ ਪਿੱਛੇ ਲਾਲਾ ਲਾਲਾ ਕਰਦੇ ਰਹੋਗੇ। ਇਹ ਜਲੂਸ ਕੱਢਤਾ ਸਾਡਾ, ਸਾਰੀ ਡੈਮੋਕ੍ਰੇਸੀ ਦਾ, ਸਾਡੀ ਪੋਲਿਟਿਕਸ ਦਾ। ਲੋਕ ਵਿਚਾਰੇ ਆ, ਲੋਕ ਇੱਕ ਕਿਸਮ ਦੇ ਇੰਜ ਲੱਗ ਰਿਹਾ ਕਿ ਗੁਲਾਮਦਾਰੀ ਸਿਸਟਮ ਚ ਆ ਗਏ। ਡੈਮੋਕ੍ਰੇਸੀ ਕਾਹਦੀ ਹੈ ਜੀ? ਵੋਟਾਂ ਪਾਉਣਾ ਡੈਮੋਕ੍ਰੇਸੀ ਹੁੰਦੀ ਆ? ਉੱਥੇ ਮਜਬੂਰਨ ਪਾਉਂਦੇ ਆ, ਕੀ ਕਰੀਏ? ਘਰ ਵੋਟ ਰੱਖ ਕੇ ਕੀ ਕਰੋਗੇ? ਵੋਟਾਂ ਪਾਤੀਆਂ ਜਿਨ੍ਹਾਂ ਨੇ ਵੋਟਾਂ ਤੋਂ ਬਾਅਦ ਜ਼ਿੰਮੇਵਾਰੀ ਨਿਭਾਉਣੀ ਹੈ, ਉਹ ਏਡੇ ਵੱਡੇ ਪੱਧਰ ਤੇ ਗੈਰ ਜ਼ਿੰਮੇਵਾਰ ਕਿ ਦੇਸ਼ ਦੀ ਅਰਥ ਵਿਵਸਥਾ ਨੂੰ, ਦੇਸ਼ ਦੀ ਸਾਰੇ ਦੇ ਸਾਰੇ ਜਿਹੜੇ ਕੁਦਰਤੀ ਸੋਮੇ ਹੈਗੇ ਉਹਨਾਂ ਤੇ ਡਾਕੂ ਬਣ ਜਾਣ ਤੇ ਕੁੰਡਲੀ ਖੜੱਪੇ ਸੱਪ ਵਾਂਗੂ ਉਹਦੇ ਤੇ ਮਾਰ ਕੇ ਕੁੰਡਲੀ ਬਹਿ ਜਾਣ ਤੇ ਆਪਣੀ ਮਰਜ਼ੀ ਨਾਲ ਜਿਹਨੂੰ ਦੇਣਾ ਉਹਨੂੰ ਦੇਣ, ਬਾਕੀ ਦਿਆਂ ਨੂੰ ਨਾ ਦੇਣ, ਭੁੱਖੇ ਮਾਰ ਦੇਣ। ਤੁਸੀਂ ਬੇਰੁਜ਼ਗਾਰੀ ਦੀ ਗੱਲ ਕੀਤੀ ਆ, ਮਨਰੇਗਾ ਦਾ ਪੈਸਾ ਕੱਟ ਲਿਆ, ਕਿਸਾਨਾਂ ਨੂੰ ਪੈਸਾ ਕੋਈ ਬਹੁਤਾ ਐਗਰੀਕਲਚਰ ਚ ਵਧਾਇਆ, ਮਾਮੂਲੀ ਐਵੇਂ ਛਿੱਲੜ ਜਿਸ ਤਰ੍ਹਾਂ 0.5% 1% ਵਧਾ ਕੇ ਪਿਛਲੇ ਸਾਲ ਨਾਲੋਂ ਕਹਿੰਦੇ ਜੀ ਵਧਾਤਾ। ਕੌਣ ਕਹਿੰਦਾ? ਨਿਰਮਲਾ ਸੀਤਾਰਮਨ ਕਹਿ ਰਹੀ ਸੀ। ਮੇਰੀ ਬੇਨਤੀ ਇੰਨੀ ਹੈਗੀ ਕਿ ਸਾਡੇ ਦੇਸ਼ ਦੇ ਅੰਦਰ ਜਿਸ ਕਿਸਮ ਦਾ ਨਿਗਾਰ ਰਾਜਨੀਤਿਕ ਸੱਭਿਆਚਾਰ, ਜਿਹਨੂੰ ਪੋਲੀਟੀਕਲ ਕਲਚਰ ਕਹਿੰਦੇ, ਉਹਦੇ ਚ ਆ ਚੁੱਕਾ, ਇਹ ਕਿਤੇ ਵੀ ਤੁਹਾਨੂੰ ਹੋਰ ਨਹੀਂ ਦੇਖਣ ਨੂੰ ਮਿਲੂ। ਔਰ ਦੂਜੇ ਪਾਸੇ ਜਿੱਥੋਂ ਸਾਨੂੰ ਰਾਹਤ ਮਿਲਣੀ ਸੀਗੀ ਉਹ ਹੁੰਦਾ ਆ ਸਮਾਜ ਤੇ ਧਰਮ। ਧਰਮ ਇੱਕ ਮੋਰਲ ਕੋਡ ਤੁਹਾਨੂੰ ਸਿਖਾਉਂਦਾ ਵੀ ਚਲੋ ਠੀਕ ਹੈ ਯਾਰ, ਰੱਬ ਕਰੂਗਾ, ਜਾਂ ਕਿੱਦਾਂ ਆ ਕਿ ਚਲੋ ਕੁਛ ਤੇ ਯਾਰ ਸ਼ਰਮ ਕਰੀਏ, ਆਪਾਂ ਨੂੰ ਰੱਬ ਵੇਖਦਾ। ਉਹਦਾ ਵੀ ਹਾਲ ਤੁਸੀਂ ਜੋ ਦੇਖਦੇ ਆ ਰੋਜ਼ ਤੁਹਾਡੇ ਸਾਹਮਣੇ ਆ। ਉਹ ਜਿੰਨੀ ਉੱਥੇ ਪੋਲਿਟਿਕਸ ਆ, ਜਿੰਨੀ ਉੱਥੇ ਇਹੋ ਜਿਹੀ ਹਾਲਤ ਬਣੀ ਜਾਂਦੀ ਹੈ, ਸਾਰੇ ਉੱਥੇ ਉਹ ਇੱਕ ਸਾਧਨ, ਜੀਵਨ ਦਾ ਸਾਧਨ ਜਾਂ ਰਾਜਨੀਤਿਕ ਸਾਧਨ, ਭਾਵੇਂ ਡੇਰੇ ਆ ਭਾਵੇਂ ਹੋ ਰਿਹਾ, ਸਾਰਾ ਕੁਝ ਤੁਹਾਡੇ ਸਾਹਮਣੇ, ਸਾਰਾ ਨੰਗਾ। ਲੋਕ ਕੀ ਕਰਨ? ਲੋਕ ਕਿੱਥੇ ਜਾਣ? ਮੈਂ ਸਾਰੀ ਗੱਲ ਤੋਂ ਸੋਚ ਸਮਝ ਕੇ ਸੰਜੀਵ ਖੰਨਾ ਜੀ, ਮੈਨੂੰ ਇਹ ਲੱਗਦਾ ਆ ਕਿ ਅਸੀਂ ਨਾ, ਸਾਡੇ ਜਿਹੜੇ ਪੋਲੀਟੀਸ਼ੀਅਨ ਆ ਉਹ ਬੜੇ ਚੁਸਤ ਤੇ ਚਲਾਕ, ਉਹਨਾਂ ਨੇ ਲੋਕਾਂ ਨੂੰ ਸਿਆਣੇ ਨਹੀਂ ਹੋਣ ਦਿੱਤਾ, ਲੋਕਾਂ ਨੂੰ ਕਮਲੇ ਕਰਕੇ ਰੱਖਿਆ। ਜਿਹੜੇ ਤੇ ਖੇਤੀ ਚ ਦਲਿਤ ਜਾਂ ਹੋਰ ਆਦੀਵਾਸੀ ਜਾਂ ਖੇਤੀ ਵਾਲੇ ਲੋਕ, ਹੁਣ ਪੰਜਾਬ ਦੀ ਖੇਤੀ ਨੂੰ ਛੱਡ ਦਿਓ, ਬਾਕੀ ਦਿਆਂ
ਉਹ ਜੀ। ਵੈਸੇ ਹੀ ਪੜ੍ਹਾਈ ਲਿਖਾਈ ਤੋਂ ਬੜੇ ਪਛੜੇ ਹੋਏ ਆ। ਉਹਨਾਂ ਨੂੰ ਵੋਟ ਤੇ ਅਹਿਮੀਅਤ ਕਿਵੇਂ ਆਪਾਂ ਇਹ ਵਾਚਡੌਗ ਦੇ ਤੌਰ ਤੇ ਕੰਮ ਕਰਨਾ, ਕਿਵੇਂ ਤੁਸੀਂ ਗਲ 'ਚ ਸਾਫਾ ਪਾ ਕੇ ਪੋਲੀਟੀਕਲ ਲੀਡਰ ਤੋਂ ਕੰਮ ਕਰਾਉਣਾ, ਇਹ ਤੇ ਉਹਨਾਂ ਨੂੰ ਕਦੀ ਦੱਸਿਆ ਹੀ ਨਹੀਂ ਗਿਆ। ਉਹਨਾਂ ਨੂੰ ਇੰਨੀ ਜਾਗਰੂਕਤਾ ਹੈ ਹੀ ਨਹੀਂ। ਜੇ ਅਸੀਂ ਸਿਵਲ ਸੁਸਾਇਟੀ ਨੂੰ ਅੰਪਾਵਰ ਨਹੀਂ ਕਰਾਂਗੇ, ਸਿਵਲ ਸੁਸਾਇਟੀ ਨੂੰ ਅਤੀ ਨਿਪੀੜਿਆ ਹੋਇਆ, ਜਿਹਨੂੰ ਆਪਾਂ ਕਹਿੰਦੇ ਆ ਅਪਰੈਸਡ, ਉਹ ਰੱਖਾਂਗੇ ਤੇ ਉਸ ਨੂੰ ਇੰਨਾ ਲਾਚਾਰ ਕਰਕੇ, ਇੰਨਾ ਉਸ ਨੂੰ ਕਾਰਨਰ ਕਰਕੇ ਰੱਖਾਂਗੇ ਕਿ ਉਸ ਨੂੰ ਵਿਚਾਰੇ ਨੂੰ 24 ਘੰਟੇ ਹੋਵੇ ਵੀ ਮੇਰਾ ਸ਼ਾਮ ਨੂੰ ਚੁੱਲ੍ਹਾ ਗਰਮ ਹੋਣਾ ਕਿ ਨਹੀਂ ਹੋਣਾ, ਉਹ ਇਸੇ ਤੇ ਹੀ ਲੱਗਾ ਰਹੇ। ਉਹਨੂੰ ਕੋਈ ਸੰਸਾਰ ਬਾਰੇ, ਦੇਸ਼ ਬਾਰੇ, ਪੋਲਿਟਿਕਸ ਬਾਰੇ ਸੋਚਣ ਦੀ ਨਾ ਸੂਝ ਦਾ ਟਾਈਮ ਮਿਲੇ ਤੇ ਨਾ ਸੂਝ ਹੋਵੇ। ਇਸੇ ਕਰਕੇ ਇਹ ਚਾਂਬਲੇ ਹੋਏ ਲੋਕ ਜਿਹੜੇ ਰਾਜਨੀਤਿਕ ਸੱਤਾ ਤੇ ਹੈ, ਇਹ ਤੇ ਜਾਣੀ ਮੈਨੂੰ ਲੱਗਦਾ ਡੈਮੋਕ੍ਰੇਸੀ ਦੇ ਨੇੜੇ ਤੇੜੇ ਵੀ ਨਹੀਂ ਹੈ ਅਸਲ ਮਾਇਨੇ 'ਚ। ਵੋਟਾਂ ਪਾਉਣ ਨਾਲ ਡੈਮੋਕ੍ਰੇਸੀ ਨਹੀਂ ਹੁੰਦੀ। ਸਾਡੇ ਤੇ ਜਨਤਾ ਜਨਾਰਦਨ ਨੂੰ ਬਿਲਕੁਲ ਇੱਕ ਗੁਲਾਮਦਾਰੀ ਸਿਸਟਮ ਦੇ ਵਿੱਚ ਧੱਕ ਕੇ ਰੱਖਤਾ ਤੇ ਆਉਣ ਵਾਲੇ ਸਮੇਂ ਮੈਨੂੰ ਕੋਈ ਬਹੁਤੇ ਚੰਗੇ ਨਹੀਂ ਲੱਗਦੇ। ਗੱਲ ਤੁਹਾਡੀ ਠੀਕ ਹੈ ਕਿ ਡਾਇਲਾਗ ਹੋਣਾ ਚਾਹੀਦਾ, ਪਰ ਜੇ ਦਾਦਾਗਿਰੀ ਨਾਲ ਕੰਮ ਚੱਲਦਾ ਹੋਵੇ, ਧੱਕੇ ਨਾਲ ਕੰਮ ਚੱਲਦਾ ਹੋਵੇ ਤੇ ਉਹ ਉਹਨਾਂ ਨੂੰ ਜ਼ਿਆਦਾ ਫਾਇਦਾ ਧੱਕਾ ਕਰਨਾ ਹੋਵੇ, ਗੁੰਡਾਗਰਦੀ ਨਾਲ ਜ਼ਿਆਦਾ ਫਾਇਦਾ ਹੋਏ, ਗੈਰ ਕਾਨੂੰਨੀ ਤਰੀਕਿਆਂ ਨਾਲ ਰਾਜਨੀਤੀ ਨੂੰ ਚਲਾਉਣ 'ਚ ਜ਼ਿਆਦਾ ਫਾਇਦਾ ਹੋਏ, ਤਾਂ ਫਿਰ ਉਹ ਤੁਹਾਡੀ ਗੱਲ ਕਿਉਂ ਸੁਣਗੇ? ਉਹ ਕਹਿਣਗੇ ਚੰਗੇ ਸਿਆਣੇ ਤੁਸੀਂ ਬਹੁਤ ਹੋ, ਪਰ ਆਪਣੇ ਵਿਚਾਰ ਆਪਣੇ ਕੋਲ ਰੱਖੋ। ਐਗਜ਼ੈਕਟਲੀ ਜੀ, ਬਿਲਕੁਲ ਠੀਕ ਕਹਿੰਦੇ ਹੋ, ਕਿਉਂਕਿ ਇਹ ਮੁੱਦਾ ਸਾਡਾ ਉਹੀ ਹੈ, ਰੋਟੀ, ਕੱਪੜਾ, ਮਕਾਨ, ਸਿਹਤ ਸੁਵਿਧਾਵਾਂ, ਸਿੱਖਿਆ, ਇਹਦੇ ਵਿੱਚ ਹੋਰ ਸਾਰੇ ਮੁੱਦੇ ਨਿਕਲਦੇ ਨੇ। ਹਿਊਮਨ ਰਾਈਟਸ, ਮਨੁੱਖੀ ਅਧਿਕਾਰ ਕਿੱਥੇ ਖੜੇ ਨੇ ਸਾਡੇ ਦੇਸ਼ ਦੇ ਵਿੱਚ? ਅਸੀਂ ਦੇਖਦੇ ਹਾਂ ਕਿ ਸਾਨੂੰ ਆਪਣੀ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਨਿਆਂ ਮਿਲਦਾ ਪਿਆ, ਕਿੰਨਾ ਕੁ ਜਸਟਿਸ ਮਿਲਦਾ ਪਿਆ। ਹਰ ਥਾਂ ਦੇ ਉੱਤੇ ਧੱਕੇਸ਼ਾਹੀ ਹੁੰਦੀ ਹੈ, ਜੋ ਅਸੀਂ ਦੇਖਦੇ ਹਾਂ। ਜਿੱਥੇ ਵੀ ਮਰਜ਼ੀ ਕੰਮ ਕਰਵਾਉਣ ਚਲੇ ਜਾਓ, ਸੁੱਖ ਸੁਵਿਧਾ ਕਿਤੇ ਨਹੀਂ। ਕਾਗਜ਼ਾਂ ਦੇ ਵਿੱਚ ਸਭ ਕੁਝ ਹੈ, ਪਰ ਪ੍ਰੈਕਟੀਕਲੀ ਕਿਤੇ ਕੁਝ ਨਹੀਂ, ਜਾਂ ਬਹੁਤ ਘੱਟ ਮਿਲਦਾ ਹੈ, ਜਿਸ ਦਾ ਸਾਨੂੰ ਦੁੱਖ ਵੀ ਹੁੰਦਾ, ਅਫਸੋਸ ਵੀ ਹੁੰਦਾ। ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ। ਸੋ ਮਨਜੀਤ ਜੀ, ਇਸ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਸਭ ਠੰਡਾ ਠੰਡਾ ਹੀ ਲੱਗਦਾ, ਕੁਝ ਹੋ ਤਾਂ ਰਿਹਾ ਨਹੀਂ, ਕੋਈ ਹਿਲਜੁਲ ਤਾਂ ਹੋ ਨਹੀਂ ਰਹੀ। ਗੱਲਾਂ ਤਾਂ ਬੜੀਆਂ ਕੀਤੀਆਂ ਗਈਆਂ ਜਦੋਂ ਆਏ ਨੇ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ, ਬੜੀਆਂ ਵੱਡੀਆਂ ਗੱਲਾਂ, ਐਡਵਰਟੀਜ਼ਮੈਂਟਸ ਵੀ ਬਹੁਤ ਵੱਡੀਆਂ ਗਜ਼ਬ ਦੀਆਂ ਦਿੰਦੇ ਨੇ, ਪਰ ਪ੍ਰੈਕਟੀਕਲੀ ਕੁਝ ਹੋ ਨਹੀਂ ਰਿਹਾ, ਕੁਝ ਹਿਲਜੁਲ ਨਹੀਂ ਹੋ ਰਹੀ, ਠੰਡਾ ਠੰਡਾ ਲੱਗਦਾ ਪਿਆ। ਗੱਲ ਕੀ ਹੈ ਮਨਜੀਤ ਜੀ? ਨਹੀਂ ਦੇਖੋ, ਸਾਨੂੰ ਅਸੀਂ ਬਹੁਤ ਪਛੜੇ ਹੋਏ ਆ ਆਪਣੀ ਸੋਚ ਵਿੱਚ। ਸਾਡੀ ਸੋਚ ਨੂੰ ਹੀ ਅਸੀਂ ਨਾ ਪੁਰਾਣੇ ਮਾਡਲ 'ਚ ਸੋਚਦੇ। ਇਹ ਜਿਹੜੀ ਨਵੀਂ ਪੌਦ ਆਈ ਆ ਕੇਜਰੀਵਾਲ ਵਾਲੀ, ਇਹ ਨਵੀਂ ਕਿਸਮ ਦੀ ਰਾਜਨੀਤੀ ਪਿਛਲੇ 8-10 ਸਾਲਾਂ ਤੋਂ ਜਿਹੜੀ ਸ਼ੁਰੂ ਹੋਈ ਹੈ, ਇਹਨਾਂ ਦਾ ਇਹ ਕੋਈ ਸਰੋਕਾਰ ਹੈ ਹੀ ਨਹੀਂ। ਜਿਹੜੇ ਅਸੀਂ ਸਰੋਕਾਰਾਂ ਨੂੰ ਇੱਥੇ ਖੜੇ ਕਰ ਰਹੇ ਆ ਕਿ ਆਹ ਨਹੀਂ ਹੋ ਰਿਹਾ, ਆਹ ਗੱਲ ਕੀਤੀ ਸੀ, ਉਹ ਨਹੀਂ ਹੋ ਰਿਹਾ, ਉਹਨਾਂ ਦਾ ਕੋਈ ਮਤਲਬ ਨਹੀਂ। ਉਹਨਾਂ ਦਾ ਤੇ ਮਤਲਬ ਇਹ ਆ ਕਿ ਅਗਲੇ ਨੂੰ ਜਿਸ ਤਰ੍ਹਾਂ ਇੱਕ ਮਾੜੇ ਜਿਹੇ 4 ਪੈਗ ਲਾ ਕੇ, 2 ਪੈਗ ਲਾ ਕੇ ਬੰਦਾ ਇਉਂ ਕਹਿੰਦਾ, ਉਹ ਗੱਲ ਬਣਾਈ ਹੋਈ ਆਪਾਂ ਜਦੋਂ ਸਟੂਡੈਂਟ ਹੁੰਦੇ ਹੱਸਦੇ ਸੀ, ਉਹ ਕੋਈ ਚੂਹਾ ਜਿਹੜਾ ਸ਼ਰਾਬ ਦੇ ਡਰਮ 'ਚ ਡਿੱਗ ਪਿਆ ਤੇ ਉਹ ਕੱਢਿਆ ਕਿਸੇ ਨੇ ਫੜ ਕੇ ਬਾਹਰ, ਉੱਤੇ ਚੜ੍ਹ ਕੇ ਬਹਿ ਕੇ ਮੁੱਛ ਜੀ ਖੜੀ ਕਰਕੇ ਉਹ ਕਹਿੰਦਾ, ਕਿੱਥੇ ਆ ਓਏ ਬਿੱਲੀ, ਲਿਆਓ ਮੈਨੂੰ। ਉਹਨੇ ਉਹ ਬਿੱਲੀ ਨੂੰ ਇੰਝ ਲੱਗੇ ਵੀ ਜਿਵੇਂ ਚੂਹੇ ਨੇ ਅੱਜ ਖਾ ਹੀ ਜਾਣਾ ਹੁੰਦਾ, ਉਹਨੇ ਏਡਾ ਦਬਕਾ ਮਾਰਿਆ। ਪਰ ਆਪਾਂ ਬਾਹਰ ਜਿਹੜਾ ਬੰਦਾ ਜਿਹੜਾ ਨਹੀਂ ਨਸ਼ੇ 'ਚ, ਉਹਨੂੰ ਅਸਲੀਅਤ ਦਾ ਪਤਾ ਵੀ ਬਿੱਲੀ ਨੂੰ ਵੇਖ ਕੇ ਜਾਂਦੇ ਭਾਜੂ, ਜਾਂ ਉਹ ਇਹਨੂੰ ਖਾ ਜੂਗੀ। ਵੀ ਇਹ ਗਲਤ ਗੱਲ ਆ, ਇਹ ਅਨਇਕੁਅਲ ਗੱਲਾਂ ਐਵੇਂ ਨਸ਼ੇ ਦੇ ਲੋਰ ਵਿੱਚ ਕਰ ਰਿਹਾ। ਇਹ ਬੰਦਿਆਂ ਨੇ ਸਮਾਜ ਨੂੰ ਇੱਕ ਭਰਮ ਭੁਲੇਖਿਆਂ ਦੇ ਨਸ਼ੇ 'ਚ ਕਿਵੇਂ ਰੱਖਣਾ, ਉਮੀਦਾਂ ਦੇ ਨਸ਼ੇ ਵਿੱਚ ਕਿਵੇਂ ਰੱਖਣਾ, ਇੱਕ ਪਰਸੈਪਸ਼ਨ ਜਿਹਨੂੰ ਕਹਿੰਦੇ ਬਣਾ ਕੇ ਕਿਵੇਂ ਰੱਖਣੀ ਆ, ਉਹਦੀ ਬਹੁਤ ਮਹਾਰਤ ਰਿਹਰਸਲ, ਉਹਦੀ ਮਹਾਰਤ ਕਰ ਲਈ ਹੋਈ ਹੈ। ਕਿ ਇੱਕ ਕੋਈ ਗੱਲ ਦਾ ਕਰਨਾ, ਉਹਦੀ ਐਡਵਰਟਾਈਜ਼ਮੈਂਟ, ਫਿਰ ਉਹਦੇ ਅੱਗੇ। ਆਹ ਜਿਹੜਾ ਹੁਣੇ ਪੀਏਯੂ ਦੇ ਵਿੱਚ ਮੇਲਾ ਹੋ ਕੇ ਹਟਿਆ, ਜਿੱਥੇ ਕਹਿੰਦੇ ਸੀ ਅਸੀਂ 5000 ਕਿਸਾਨ ਇਕੱਠੇ ਕਰਨੇ ਆ, ਠੀਕ ਹੈ, ਸਰਕਾਰੀ ਖਰਚਾ ਹੋਊਗਾ ਜੇ ਇਕੱਠੇ ਕਰਨਗੇ, ਐਗਰੀਕਲਚਰ ਦੇ ਮਹਿਕਮੇ ਦਾ ਖਰਚਾ ਵੀ ਹੋਇਆ ਹੋਊਗਾ। ਕੋਈ ਕਿਸਾਨ ਉੱਥੇ ਵੈਸੇ ਹੀ ਆਉਂਦੇ ਆ, ਹੁਣ ਉਹ ਕਿੱਧਰ ਨੂੰ ਕਿੱਥੇ ਬਿੱਲ ਕਿਹਦਾ ਕਿਸ ਤਰ੍ਹਾਂ ਹੋਊਗਾ ਉਹ ਨਹੀਂ ਸਾਨੂੰ ਪਤਾ। ਹੁਣ ਉਹ ਤੇ ਇੱਕ ਸਰਕਾਰ ਜਾਣੇ ਜਾਂ ਕਿੱਦਾਂ ਜਾਣੇ, ਪਰ ਲੋਕ ਆਏ। ਪਰ ਮੈਂ ਤੇ ਇਹ ਬੰਦੇ ਆਉਂਦੇ, ਸੰਜੀਵ ਜਸ ਖੰਨਾ ਜੀ, ਪਿਛਲੇ 40-45 ਸਾਲ ਤੋਂ ਤਾਂ ਮੈਂ ਦੇਖ ਰਿਹਾ, ਕਿਉਂਕਿ ਮੈਂ ਉੱਥੋਂ ਦਾ ਹੀ BSc ਕੀਤੀ, ਉਦੋਂ ਵੀ ਕਿਸਾਨ ਮੇਲੇ ਲੱਗਦੇ ਸੀ। ਇਹੋ ਜਿਹਾ ਇਕੱਠ ਹੁੰਦਾ, ਸਾਲ 'ਚ 2 ਵਾਰੀ ਹੁੰਦਾ, ਉਹਦੇ 'ਚ ਗਾਉਣ ਵਜਾਉਣ ਵਾਲੀਆਂ ਨਰਿੰਦਰ ਬੀਬਾ ਜਾਂ ਹੋਰ ਸਾਰੇ ਵੀ ਆਉਂਦੇ ਸੀ, ਜਮਲਾ ਜੱਟ ਵੀ ਆਉਂਦਾ ਸੀ, ਹੋਰ ਵੀ ਆਉਂਦੇ ਸੀਗੇ, ਤੇ ਇਹ ਵੀ ਪੋਲੀਟੀਕਲ ਲੀਡਰ ਵੀ ਆ ਕੇ ਆਪਣਾ
ਜਿਹਨੇ ਭਾਸ਼ਣ ਦੇਣਾ, ਜਿਹਦੇ ਢਿੱਡ 'ਚ ਜ਼ਿਆਦਾ ਗੁਲਗੁਲ ਹੁੰਦੀ ਸੀ, ਉਹ ਦੇ ਜਾਂਦਾ ਸੀ। ਜੀ ਇਹ ਦੱਸੋ ਨਵੀਂ ਉੱਥੇ ਪਾਲਿਸੀ ਕਿਹੜੀ ਆ? ਪਰ ਤੁਸੀਂ ਪੋਸਟਰ ਦੇਖੇ ਕਿੰਨੇ, ਕਿ ਜਿਵੇਂ ਕਿਤੇ ਸਮੁੱਚੇ ਹੀ ਪੰਜਾਬ ਦੀ ਖੇਤੀ ਨੂੰ ਇੱਕ ਬਿਲਕੁਲ ਹੀ ਨਵਾਂ ਰੂਪ ਦੇ ਦੇਣਾ ਹੋਵੇ ਇਸ ਫੰਕਸ਼ਨ ਤੋਂ ਬਾਅਦ। ਤੁਸੀਂ ਆਪਣਾ ਭਾਸ਼ਣ ਦੇ ਕੇ ਆ ਗਏ ਆ, ਗੱਲਾਂ ਬਾਤਾਂ ਹੋ ਗਈਆਂ। ਕਿਹੜੀ ਗੱਲ ਹੈ ਜਿਹੜੀ ਤੁਸੀਂ ਨਵੀਂ ਦੱਸ ਰਹੇ, ਜਿਹੜੀ ਕਿਸਾਨ ਨੂੰ ਨਹੀਂ ਪਤਾ? ਕਿਸਾਨ ਨੂੰ ਪਤਾ ਕਿ ਉਹਦਾ ਤੇਲ ਮਹਿੰਗਾ, ਕਿਸਾਨ ਨੂੰ ਪਤਾ ਉਹਦੇ ਬੀਜ ਮਹਿੰਗੇ, ਕਿਸਾਨ ਨੂੰ ਪਤਾ ਉਹਨੂੰ ਖਾਦ ਵੇਲੇ ਸਿਰ ਨਹੀਂ ਮਿਲਦੀ, ਕਿਸਾਨ ਨੂੰ ਪਤਾ ਘਰ 'ਚ ਅੱਧੇ ਜੀਅ ਬਿਮਾਰ ਰਹਿੰਦੇ ਆ, ਭਾਵੇਂ ਉਹ ਡਿਪਰੈਸ਼ਨ ਦੀ ਗੱਲ ਹੋਵੇ, ਭਾਵੇਂ ਕੈਂਸਰ ਦੀ ਗੱਲ ਹੋਵੇ, ਭਾਵੇਂ ਕੋਈ ਹੋਰ ਸਰੀਰਕ ਕਮਜ਼ੋਰੀ ਦੀ ਗੱਲ ਹੋਵੇ। ਇਹ ਟੋਟਲ ਉਹਨਾਂ ਦੇ ਕਰਜ਼ੇ ਕਿੰਨੇ ਆ, ਉਹ ਉਹਨਾਂ ਨੂੰ ਪਤਾ। ਤੁਸੀਂ ਕੋਈ ਇਹੋ ਜਿਹੀ ਗੱਲ ਕੀਤੀ ਉੱਥੇ? ਇਹਨਾਂ ਸਾਰੀਆਂ ਗੱਲਾਂ 'ਚ ਕੋਈ ਗੱਲ ਕੀਤੀ ਮੇਲੇ 'ਚ? ਫਿਰ ਜੀ ਅਸੀਂ ਬਹੁਤ ਗੱਲਾਂ ਸੁਣ ਕੇ ਆ ਗਏ ਆ ਜੀ, ਆਹ ਕਰਕੇ ਆ ਗਏ। ਜਾਣੀ ਪੰਜਾਬ ਦੀ ਰਾਜਨੀਤੀ, ਭਾਵੇਂ ਹੁਣ ਵਾਲੀ ਸਰਕਾਰ ਆ, ਇਹਨਾਂ ਤੇ ਸਿਰੇ ਹੀ ਲਾਤੀ। ਜਾਣੀ ਹੁਣ ਵਾਲੀ ਸਰਕਾਰ ਨੇ ਪੁਰਾਣੀ ਪ੍ਰਥਾ ਨੂੰ ਪਰਫੈਕਟ ਕਰ ਲਿਆ, ਹੋਰ ਰਿਫਾਈਨਡ ਕਰ ਲਿਆ, ਹੋਰ ਉਹਨੂੰ ਬਰੀਕੀ 'ਚ ਚਲੇ ਗਏ ਆ, ਤਾਂ ਕਿ ਜਿਹੜਾ ਮਾੜਾ ਮੋਟਾ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਆਪਾਂ ਫੜੀਏ ਇਹਨਾਂ ਨੂੰ, ਲੀਡਰਾਂ ਨੂੰ ਫੜੀਏ, ਇਹ ਬਿਲਕੁਲ ਹੀ ਕਮਲੇ ਕਰਕੇ। ਤਾਂ ਹੀ ਮੈਂ ਚੂਹੇ ਵਾਲੀ ਗੱਲ ਪਹਿਲਾਂ ਦੱਸੀ ਸੀ ਵੀ ਬਿਲਕੁਲ ਹੀ ਕਮਲੇ ਕਰਕੇ ਰੱਖਣਾ, ਕਿ ਉਹਨਾਂ ਨੂੰ ਅਸਲੀਅਤ ਤੇ ਏਜੰਡੇ ਤੇ ਆਉਣ ਹੀ ਨਹੀਂ ਦੇਣਾ। ਔਰ ਇਹ ਇੱਕੋ ਇਹਨਾਂ ਦੀ ਪਾਰਟੀ ਦਾ ਨਹੀਂ, ਭਾਵੇਂ ਉਹ ਕੇਂਦਰ ਦੇ ਵਿੱਚ ਪਾਰਟੀਆਂ ਬੈਠੀਆਂ। ਮੈਂ ਹੁਣੇ ਏਜੰਡਾ ਸੁਣ ਕੇ, ਅਮਿਤ ਸ਼ਾਹ ਦਾ ਬਿਆਨ ਆਇਆ, ਪੰਜਾਬ ਦੇ ਵਿੱਚ ਖਾਲਿਸਤਾਨ ਨਹੀਂ ਜੀ ਹੋਣ ਦਿਆਂਗੇ। ਉਹਦਾ ਮੀਡੀਆ ਇੱਥੇ ਲੈ ਕੇ ਚਲੇ ਗਏ ਨੈਸ਼ਨਲ ਜਿਹੜੇ ਕੌਮੀ ਇਨਸਾਫ ਮੋਰਚਾ। ਤੁਸੀਂ ਦੱਸੋ ਜੀ, ਉਹ ਕਹਿੰਦੇ ਜੀ ਪੀਸਫੁਲੀ ਬਣੇ, ਤੇ ਮਾੜਾ ਕਿਹੜਾ? ਜਿਹੜਾ ਕੋਈ ਮੁੱਦਾ ਨਹੀਂ ਹੁੰਦਾ ਕਿਤੇ ਵੀ, ਤੁਸੀਂ ਇਹੋ ਜਿਹੇ ਮੁੱਦੇ ਖੜੇ ਕਰਕੇ ਲੋਕਾਂ ਨੂੰ ਕੰਮ ਤੇ ਲਾ ਰੱਖੋ ਵੀ ਦੇਸ਼ ਨੂੰ ਖਤਰਾ, ਜਾਂ ਧਰਮ ਨੂੰ ਖਤਰਾ, ਜਾਂ ਰੱਬ ਨੂੰ ਖਤਰਾ, ਭਗਵਾਨ ਨੂੰ ਖਤਰਾ। ਕਿਹੜੀ ਤੁਹਾਨੂੰ ਆਪਣੀ ਸੱਤਾ ਦਾ ਖਤਰਾ, ਤੁਸੀਂ ਹਰ ਇੱਕ ਨੂੰ ਵਰਤੀ ਤੁਰੇ ਜਾਂਦੇ ਆ। ਇਸ ਲਈ ਮੈਨੂੰ ਸੰਜੀਵ ਜਸ ਖੰਨਾ ਜੀ, ਮੇਰੀ ਫੀਲਿੰਗ ਇਹ ਹੈ ਕਿ ਜਿਸ ਪੱਧਰ ਦੀ, ਜਿਸ ਤਰੀਕੇ ਦੀ ਰਾਜਨੀਤੀ 'ਚ ਅਸੀਂ ਫਸ ਚੁੱਕੇ ਹਾਂ, ਔਰ ਉਹ ਹਾਂਜੀ ਇੱਕ ਚੱਕਰ ਵਿਊ 'ਚ ਫਸ ਚੁੱਕੇ ਹਾਂ, ਉਹਦੇ ਚੋਂ ਨਿਕਲਣਾ ਸਾਡਾ ਜ਼ਰੂਰੀ ਹੈਗਾ। ਉਹਦੇ ਬਾਰੇ ਜ਼ਰੂਰ ਤੁਸੀਂ ਵਿਚਾਰ ਕਰੋ ਕਿ ਉੱਥੇ ਜਿਹੜਾ ਲੋਕਾਂ ਦਾ ਆਪਸੀ ਡਾਇਲੌਗ ਟੁੱਟ ਗਿਆ। ਆਪਸੀ ਡਾਇਲੌਗ ਕਿਸਾਨਾਂ ਜੀ ਨੇ ਇੱਕ ਵਾਰੀ ਬਣਾਇਆ, ਤੁਸੀਂ ਦੇਖਿਆ, ਇੱਕ ਬਿਲਕੁਲ ਏਡੀ ਵੱਡੀ ਸ਼ਕਤੀ ਪੈਦਾ ਹੋਈ ਸੀ ਕਿ ਉਹਨਾਂ ਨੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਇੱਕ ਵਾਰੀ ਤੇ ਆਪਣੇ ਜਾਣੀ ਦੱਸਤਾ ਸੀ ਵੀ ਤੁਹਾਡੀ ਜਗ੍ਹਾ ਆਓ ਆ, ਤੇ ਅਸੀਂ ਇੱਥੇ ਬੈਠੇ, ਸਾਡੇ ਸਾਹਮਣੇ ਪੇਸ਼ ਹੋਵੋ। ਇਹ ਛੋਟੀ ਗੱਲ ਨਹੀਂ ਸੀ, ਉਹ ਬਹੁਤ ਵੱਡੀ ਗੱਲ ਸੀ। ਮੈਂ ਆਪਣੀਆਂ ਅੱਖਾਂ ਨਾਲ ਦੇਖੀ, ਵੱਡੇ ਵੱਡੇ ਲੀਡਰ ਉਹਨਾਂ ਦੇ ਸਾਹਮਣੇ। ਉਹ ਸ਼ਕਤੀ ਜਦ ਤੱਕ ਪੈਦਾ ਨਹੀਂ ਹੁੰਦੀ, ਉਹ ਏਕਾ, ਉਹ ਆਪਸੀ ਵਿਸ਼ਵਾਸ ਜਦ ਤੱਕ ਪੈਦਾ ਨਹੀਂ ਹੁੰਦਾ, ਪੋਲੀਟੀਕਲ ਪਾਰਟੀਆਂ ਦੇ ਜਿਹੜੇ ਹੋਣ ਵਾਲੇ ਜੰਜਾਲ ਹੈ, ਆਪਸੀ ਲੜਾ ਕੇ ਰੱਖਣਾ, ਭਰਮਾ ਕੇ ਰੱਖਣਾ, ਉਮੀਦਾਂ ਦੇ ਜਾਲ 'ਚ ਫਸਾ ਕੇ ਰੱਖਣਾ, ਸੁਪਨੇ ਦੇਈ ਜਾਣੇ, ਧਰਾਤਲ ਤੇ ਕੁਝ ਹੋਣ ਨਹੀਂ ਦੇਣਾ, ਜਿੰਨਾ ਵਿਗੜਦਾ ਵਿਗੜੀ ਜਾਏ, ਕੋਈ ਉਹਦੀ ਚਿੰਤਾ ਨਾ ਹੋਣੀ। ਇਹ ਸਾਰੇ ਕਲਚਰ ਨੂੰ ਬਦਲਣ ਲਈ ਉਸ ਕਿਸਮ ਦੀ ਸ਼ਕਤੀ ਨੂੰ ਲਗਾਤਾਰ ਕਿਸੇ ਰੂਪ 'ਚ ਖੜੇ ਰੱਖਣਾ ਬੜਾ ਜ਼ਰੂਰੀ ਹੈ। ਜੀ ਮਨਜੀਤ ਜੀ, ਹੁਣ ਇੱਕ ਪ੍ਰੈਕਟੀਕਲ ਆਪਾਂ ਆਉਂਦੇ ਹਾਂ ਕਿ ਪ੍ਰੈਕਟੀਕਲੀ ਜੋ ਵੀ ਅਸੀਂ ਕਰਨਾ ਚਾਹੁੰਦੇ ਹਾਂ, ਜੋ ਵੀ ਸਾਡਾ ਕੰਮ ਹੈ, ਜੋ ਵੀ ਸਾਡਾ ਸੁਪਨਾ ਹੈ, ਜਿੱਥੇ ਅਸੀਂ ਪਹੁੰਚਣਾ ਹੈ, ਉਹਦੇ ਬਾਰੇ ਗੱਲ ਕਰੀਏ। ਪੰਜਾਬ ਸਰਕਾਰ ਕੋਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਕੋਈ ਪਾਲਿਸੀ, ਕੋਈ ਰੋਡ ਮੈਪ ਤਿਆਰ ਹੈ? ਇੰਡਸਟਰੀਅਲ ਪਾਲਿਸੀ, ਐਗਰੀਕਲਚਰ ਪਾਲਿਸੀ, ਇਨਵੈਸਟਮੈਂਟ ਚਾਹੁੰਦੇ ਹੋ, ਕੀ ਪਾਲਿਸੀ ਹੈ, ਕੀ ਮਾਡਲ ਹੈ ਤੁਹਾਡੇ ਕੋਲ, ਕੀ ਸਟ੍ਰੈਟਜੀ ਆ, ਕੀ ਪਲੈਨਿੰਗ ਹੈ, ਕੀ ਯੋਜਨਾ ਹੈ? ਇਹ ਸਭ ਨਕਸ਼ਾ ਤਿਆਰ ਹੈ ਇਸ ਵਕਤ ਸਰਕਾਰ ਕੋਲ, ਜਿਹਦੇ ਆਧਾਰ ਦੇ ਉੱਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ? ਉਹ ਨਕਸ਼ਾ ਕੀ ਹੈ ਤਰੱਕੀ ਦਾ, ਉਹ ਰੋਡ ਮੈਪ ਕੀ ਹੈ, ਉਹ ਪਲੈਨਿੰਗ ਕੀ ਹੈ, ਤਿਆਰ ਹੈ ਤੁਹਾਡੇ ਮੁਤਾਬਿਕ? ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਇਸ ਤਰੀਕੇ ਦੀ ਗੱਲ ਇਹਨਾਂ ਕੋਲ ਹੈ। ਦੇਖੋ, ਸਾਰਾ ਸਿਸਟਮ ਹੀ ਪੋਲੀਟੀਸ਼ੀਅਨਾਂ ਨੇ ਤੋੜਤਾ। ਕੇਂਦਰ ਵਿੱਚ ਸਾਡੇ ਕੋਲ ਪਲੈਨਿੰਗ ਕਮਿਸ਼ਨ ਸੀ, ਉਹ ਤੋੜ ਕੇ ਨੀਤੀ ਆਯੋਗ ਬਣਾ ਲਿਆ। ਉਹ ਕੀ ਆ ਕਿ ਟੇਲਰਡ ਮੇਡ ਜੀ ਕਹਾਣੀ ਜੀ ਬਣਾਉਂਦੇ ਆ, ਜੋ ਸਰਕਾਰ ਕਹਿੰਦੀ ਉਹੋ ਜਿਹੇ ਅੰਕੜੇ ਇਕੱਠੇ ਕਰਕੇ ਉਹਨਾਂ ਦਾ ਅਪਰੂਵ ਕਰ ਦਿੰਦੇ। ਅਸਲ 'ਚ ਪਲੈਨਿੰਗ ਕਮਿਸ਼ਨ ਸਰਕਾਰ ਨੂੰ ਬੜੇ ਸੋਲਿਡ ਸਲਾਹ ਰਸਤਾ, ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਉਹ ਦਿੰਦਾ ਸੀ। ਪੰਜਾਬ ਦੇ ਅੰਦਰ ਵੀ ਇੱਕ ਪਲੈਨਿੰਗ ਬੋਰਡ ਹੈਗਾ, ਸਟੇਟ ਪਲੈਨਿੰਗ ਬੋਰਡ, ਤੇ ਉਹਦੇ 'ਚ ਕਿਸੇ ਤਕੜੇ ਸਕਾਲਰਾਂ ਨੂੰ ਉਹਦਾ ਡਿਪਟੀ ਚੇਅਰਮੈਨ ਜੋ ਵੀ ਲਾਇਆ ਜਾਂਦਾ, ਤੇ ਚੀਫ ਮਿਨਿਸਟਰ ਉਹਦਾ ਹੈੱਡ ਹੁੰਦਾ। ਤੁਸੀਂ ਕਦੀ ਉਹਦਾ ਨਾਂ ਸੁਣਿਆ? ਕਦੀ ਕੋਈ ਮੀਟਿੰਗ ਨਹੀਂ, ਪਤਾ ਹੀ ਨਹੀਂ ਕਿੱਥੇ ਹੈ, ਕਿ ਵਾਈਂਡ ਅਪ ਹੋ ਗਿਆ ਕਿ ਕੀ ਆ। ਕਿਉਂਕਿ ਪੋਲੀਟੀਸ਼ੀਅਨ ਇਹ ਸਮਝਦੇ ਹੈ ਕਿ ਜਿੰਨੀ ਉਹਨਾਂ ਨੂੰ ਅਕਲ ਆ, ਹੋਰ ਤੇ ਕਿਸੇ ਨੂੰ ਹੈ ਹੀ ਨਹੀਂ। ਜੀ ਤੇ ਨਾਲੇ ਜੋ ਉਹ ਅਕਲ ਦੀ ਗੱਲ ਦੱਸਣਗੇ ਪੜ੍ਹੇ ਲਿਖੇ ਬੰਦੇ, ਉਹ ਇਹਨਾਂ ਨੂੰ ਸੂਟ ਨਹੀਂ ਕਰਦੀ।
ਉਹ ਇਹ ਲਾਗੂ ਕਰੇ ਨਹੀਂ ਸਕਦੇ, ਕਿਉਂਕਿ ਉਹਦੇ ਲਈ ਕੁਝ ਸ਼ਾਰਟ ਰਨ ਆਬਜੈਕਟਿਵ ਹੋਣਗੇ, ਕੁਝ ਲੌਂਗ ਰਨ ਹੋਣਗੇ। ਸ਼ਾਰਟ ਰਨ ਲਈ ਵੀ ਪੈਸਾ ਚਾਹੀਦਾ, ਲੌਂਗ ਰਨ ਲਈ ਤੇ ਵੱਡਾ ਪੈਸਾ ਚਾਹੀਦਾ ਹੀ ਚਾਹੀਦਾ। ਪੈਸਾ ਜੀ ਹੈ ਨਹੀਂ। ਹੁਣ ਜੇ ਇਹਨਾਂ ਦੀ ਟੋਨ ਦੇ ਵਿੱਚ ਟੋਨ ਰਲਾ ਕੇ ਆ ਜੀ ਇਸ ਤਰੀਕੇ ਦਾ ਥੋੜਾ ਸ਼ਗੂਫਾ ਛੱਡ ਦਿਓ, ਇਹਦੇ ਨਾਲ ਤੁਹਾਡੇ 6 ਮਹੀਨੇ ਕੱਟੇ ਜਾਣਗੇ। ਫਿਰ ਇੱਕ ਹੋਰ ਇਹੋ ਜਿਹਾ ਹੋਰ ਗਬਾਰਾ ਛੱਡ ਦਿਓ, ਲੋਕ ਤਾੜੀਆਂ ਮਾਰ ਮੂਰ ਕੇ 3 ਮਹੀਨੇ ਹੋਰ ਲੰਘ ਜਾਣੇ। ਜੇ ਕੋਈ ਇਹੋ ਜਿਹਾ ਡੰਗ ਟਪਾਊ ਬੋਰਡ ਬਣ ਜੇ, ਉਹ ਇਹਨਾਂ ਨੂੰ ਜ਼ਰੂਰ ਬਹੁਤ ਵਧੀਆ ਸੂਟ ਕਰਦਾ। ਕੋਈ ਪੰਜਾਬ ਨੂੰ ਸੱਚੀ ਜ਼ਮੀਨੀ ਪੱਧਰ ਤੋਂ ਦੁਬਾਰਾ ਪੈਰਾਂ ਤੇ ਖੜਾ ਕਰਨ ਲਈ ਸਿਸਟੇਮੈਟਿਕ, ਸਾਡੀ ਖੇਤੀ ਦੇ ਵਿੱਚ ਕੀ ਕੁਝ ਹੋਵੇ, ਸਾਡੀ ਇੰਡਸਟਰੀ ਦੇ ਵਿੱਚ ਕੀ ਕੁਝ ਹੋਏ, ਸਾਡੀ ਸਿਹਤ ਤੇ ਸਿੱਖਿਆ ਦੇ ਵਿੱਚ ਕੀ ਕੁਝ ਲੋੜਾਂ ਹੈਗੀਆਂ, ਜਾਂ ਸਾਡੇ ਵਾਤਾਵਰਨ ਨੂੰ ਬਚਾਉਣ ਲਈ ਸਾਡੇ ਇੰਨੀ ਸੋਹਣੀ ਸੁੰਦਰ ਧਰਤੀ ਹੈਗੀ ਹੈ। ਇਹ ਪਾਕਿਸਤਾਨ ਤੇ ਸਾਡੇ ਇਸ ਪੰਜਾਬ ਦਾ ਏਰੀਆ ਜੇ ਤੁਸੀਂ ਲਾ ਲਓ, ਇਹ ਈਵਨ ਜਿਹੜਾ ਜਿੰਨਾ ਵੀ ਹਿਮਾਲਿਆ ਦੀ ਧਰਤੀ ਜਿਹੜੀ ਸਾਰੀ ਇੱਥੇ ਆ, ਇਹ ਬਹੁਤ ਹੀ ਰੱਬ ਦੀ ਸਪੈਸ਼ਲ ਬਣਾਈ ਹੋਈ ਇੰਡੋ ਗੈਂਜਟਿਕ ਪਲੇਨ ਜਿਹਨੂੰ ਕਹਿੰਦੇ ਸਾਰਾ, ਇਹ ਬਹੁਤ ਵਧੀਆ ਹੈ। ਖਾਸ ਕਰ ਪੰਜਾਬ ਦਾ ਤੇ ਪਾਣੀਆਂ ਦੇ ਨਾਂ ਤੇ ਆ, ਇੱਥੇ ਦੇਖੋ ਅਲੂਵੀਅਲ ਸੋਇਲ, ਸਾਰੀ ਦਰਿਆਵਾਂ ਨੇ ਕਿੰਨੀ ਉਪਜਾਊ ਧਰਤੀ ਬਹੁਤ, ਤੇ ਲੋਕ ਵੀ ਤਕੜੇ, ਲੋਕ ਵੀ ਕੋਈ ਐਂ ਡਰੂ ਕਿਸੇ ਕਿਸਮ ਦੇ ਦੱਬੂ ਜਾਂ ਉਸ ਕਿਸਮ ਦੇ ਨਹੀਂ ਹੈ। ਤੇ ਜੇ ਇਸ ਦਾ ਸਾਰਾ ਅਸੀਂ ਉਸ ਨੂੰ ਬਚਾਉਣਾ, ਉਸ ਨੂੰ ਉਸ ਤਰੀਕੇ ਨਾਲ ਇਸਤੇਮਾਲ ਕਰਨਾ ਕਿ ਇਹ ਲੋਕ ਖੁਸ਼ਹਾਲ ਰਹਿਣ, ਜਿਹੜਾ ਰੰਗਲੇ ਪੰਜਾਬ ਦੀ ਤੁਸੀਂ ਗੱਲ ਕਰਦੇ ਆ, ਉਹ ਕੀਤਾ ਤੇ ਜਾ ਸਕਦਾ। ਪਰ ਇਹ ਜਿਹੜੀਆਂ ਹੁਣ ਵਾਲੀਆਂ ਪਾਰਟੀਆਂ ਜਾਂ ਪਹਿਲਾਂ ਜਿਨ੍ਹਾਂ ਨੇ ਰਾਜ ਕੀਤਾ, ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੀ ਕੋਈ ਵੀ ਇਹੋ ਜਿਹੀ ਕਿਸਮ ਦੀ ਪ੍ਰਾਇੋਰਟੀ ਆ ਗਈ। ਕਾਰਨ ਉਹਦਾ ਸਭ ਤੋਂ ਵੱਡਾ ਇਹੀ ਹੈ ਕਿ ਲੋਕਾਂ ਦੀਆਂ ਉਮੀਦਾਂ ਤੇ ਇੱਥੇ ਤੱਕ ਕੀਤੀਆਂ ਹੁੰਦੀਆਂ, ਸਾਧਨ ਥੱਲੇ ਹੁੰਦੇ ਨਹੀਂ। ਲੋਕ ਫਿਰ ਪੁੱਛਦੇ ਆ, ਕੋਈ ਟੈਂਕੀਆਂ ਤੇ ਚੜ੍ਹਦੇ ਆ, ਕੋਈ ਸੜਕਾਂ ਰੋਕਦੇ ਆ, ਕੋਈ ਕੁਛ ਕਰਦੇ, ਕੋਈ ਕੁਛ ਕਰਦੇ ਆ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੂੰ ਐਂ ਲੱਗਦਾ ਕਿ ਸਾਡੇ ਕੋਲ 92 ਬੰਦੇ ਹੈਗੇ ਆ ਤੇ ਕਾਨੂੰਨ ਮੁਤਾਬਕ ਅਸੀਂ ਉਹਨਾਂ ਨੂੰ ਇਕੱਠੇ 92 ਤੇ ਰੱਖਣਾ। 92 ਅਸੀਂ ਕਿਸੇ ਵੀ ਤਰੀਕੇ ਨਾਲ ਡਰਾ ਕੇ, ਲਲਚਾ ਕੇ, ਕੁਛ ਵੀ ਕਰਾ ਕੇ ਅਸੀਂ ਉਹਨਾਂ ਨੂੰ ਇਕੱਠੇ ਰੱਖ ਕੇ 5 ਸਾਲ ਪੂਰੇ ਕਰਨੇ, ਇਹ ਟਾਰਗੇਟ ਹੈ। ਬਾਕੀ ਕੋਈ ਟਾਰਗੇਟ ਨਹੀਂ ਹੈਗਾ। ਇਹ ਸਾਡੇ ਤੁਹਾਡੇ ਮਨਾਂ ਦੇ ਵਿੱਚ ਆ ਕਿ ਹੁਣ ਕੀ ਬਣੂ, ਗਾਂ ਕੋਈ ਨਵੀਂ ਪਾਲਿਸੀ ਆਊ, ਇੰਡਸਟਰੀ ਆਊ ਕਿ ਨਹੀਂ ਆਊ, ਜੇ ਆ ਗਈ ਤੇ ਇੰਪਲਾਇਮੈਂਟ ਹੋਊ ਕਿ ਨਹੀਂ ਹੋਊਗਾ। ਹੁਣ ਕੱਲ ਬਿਆਨ ਦਿੱਤਾ ਚੀਫ ਜੀ ਮਿਨਿਸਟਰ ਸਾਹਿਬ ਨੇ ਹੂੰ ਕਿ 40,000 ਕਰੋੜ ਰੁਪਏ ਦਾ ਇੱਥੇ ਇਨਵੈਸਟ ਹੋ ਰਿਹਾ ਹੈ। ਹਾਂਜੀ, ਪੰਜਾਬ ਦੇ ਅੰਦਰ ਇੰਨਾ ਸਰਮਾਇਆ ਕਾਰਪੋਰੇਟ ਸੈਕਟਰ ਲੈ ਕੇ ਆ ਰਿਹਾ, 2.5 ਲੱਖ ਜੌਬਸ ਆਉਣਗੀਆਂ। ਤੇ ਜਦੋਂ ਆ ਜਾਣਗੀਆਂ ਉਹਦਾ ਤੇ ਗੱਲ ਕਰੋ। ਇਹ ਤੇ ਅਸੀਂ ਸੁਣਦੇ ਹੀ ਆ, ਸਾਲ ਹੋ ਗਿਆ। ਜੇ ਆ ਜਾਣਗੀਆਂ ਤੇ ਬਹੁਤ ਵੈਲਕਮ ਆ, ਬਹੁਤ ਚੰਗੀ ਗੱਲ। ਪਰ ਜਿਹੜੀ 2.5 ਲੱਖ ਜੌਬ ਆ, ਉਹ ਸਾਨੂੰ ਦੱਸੋ ਵੀ ਮਿਲੂ ਕਿਹਨੂੰ? ਐਗਜ਼ੈਕਟਲੀ ਅੱਗੇ ਵੀ ਤੇ ਸਾਡੇ ਕੋਲ ਇੰਡਸਟਰੀ ਹੈਗੀ ਆ। ਤਾਂ ਸਾਡੇ ਕੋਲ ਮੰਡੀ ਗੋਬਿੰਦਗੜ੍ਹ ਚ ਇੰਡਸਟਰੀ ਆ, ਲੁਧਿਆਣੇ ਚ ਆ, ਅੰਮ੍ਰਿਤਸਰ ਚ ਆ। ਭਾਵੇਂ ਉਹੋ ਜੀ ਪੁਰਾਣੀ ਟ੍ਰੈਡੀਸ਼ਨਲ ਇੰਡਸਟਰੀ ਬਹੁਤ ਸਾਰੀ ਖਤਮ ਵੀ ਹੋ ਗਈ। ਗਰਾਇਆ ਚੋਂ ਸਟੀਲ ਦੀ ਇੰਡਸਟਰੀ ਸੀ, ਵੇਲਣੇ ਬਟਾਲੇ ਚ ਬਣਦੇ ਸੀ, ਉਹ ਬਹੁਤ ਸਾਰੀ ਇੰਡਸਟਰੀ ਕਿਉਂਕਿ ਆਊਟਡੇਟਡ ਹੋ ਗਈ, ਉਹਦੀ ਲੋੜ ਨਹੀਂ ਰਹੀ, ਉਹ ਬੰਦ ਵੀ ਹੋ ਗਈ। ਪਰ ਜਿਹੜੇ ਵੀ ਹੁਣ ਵੱਡੇ ਸੈਂਟਰ ਹੈਗੇ ਆ, ਉੱਥੇ ਕੌਣ ਕੰਮ ਕਰਦੇ? ਜੇ ਤੁਸੀਂ ਪੰਜਾਬ ਨੂੰ ਆ ਕੱਲਾ ਇੰਡਸਟਰੀ ਆ ਗਈ, ਉਹ ਇੰਡਸਟਰੀ ਵਾਲੇ ਪਹਿਲਾਂ ਤਾਂ ਇੰਡਸਟਰੀ ਆਉਂਦੀ ਨਹੀਂ ਇਹਨਾਂ ਹਾਲਾਤਾਂ 'ਚ। ਕਿਉਂ ਆਉਣਗੇ? ਜਾ ਜ਼ਰੂਰ ਰਹੀ ਆ, ਉਹਦੀਆਂ ਖਬਰਾਂ ਆ ਰਹੀਆਂ ਜਿਹੜੀਆਂ, ਆਊਗੀ ਕਿਉਂ? ਜੇ ਕੋਈ ਆਊਗੀ ਤੇ ਤੁਸੀਂ ਉਸ ਨੂੰ ਉਹਦਾ ਸਿਸਟੇਮੈਟਿਕ ਇੱਕ ਨਾ ਪਲੈਨਿੰਗ ਦੇ ਤਹਿਤ ਹੋਵੇ। ਇਹ ਨਹੀਂ ਕਿ ਉਹਨੂੰ ਫੜ ਲਓ, ਉਹਨੂੰ ਫੜ ਲਓ, ਉਹਨੂੰ ਫੜ ਲਓ ਤੇ ਲੋਕਾਂ ਨੂੰ ਇੱਕ ਉਮੀਦ ਦੇ ਕੇ ਤੇ ਆਪਣਾ ਕੰਮ ਚਲਾਈ ਚੱਲੋ। ਇਸ ਤਰ੍ਹਾਂ ਨਹੀਂ ਹੋਊਗਾ। ਤੁਹਾਡੇ ਆਪਣੇ ਪੰਜਾਬ ਦੇ ਮਾਹੌਲ ਨੂੰ, ਇੱਥੋਂ ਦੇ এনवायरमेंट ਨੂੰ, ਇੱਥੋਂ ਦੀ ਅਰਥ ਵਿਵਸਥਾ ਨੂੰ, ਇੱਥੋਂ ਦੀ ਮੈਨ ਪਾਵਰ ਨੂੰ, ਸਾਰੀ ਇੱਥੇ ਦੀ ਟੋਪੋਗ੍ਰਾਫੀ ਨੂੰ, ਇੱਥੇ ਦੇ ਲੈਂਡ ਲੌਕਡ ਏਰੀਏ ਨੂੰ ਕਿਸ ਕਿਸਮ ਦੀ ਇੰਡਸਟਰੀ ਸੂਟ ਕਰਦੀ ਆ, ਉਹਦੀ ਇੱਕ ਸਿਸਟੇਮੈਟਿਕ ਪਲੈਨਿੰਗ ਹੋਣੀ ਚਾਹੀਦੀ। ਤੁਹਾਨੂੰ ਕਿਤੇ ਨਜ਼ਰ ਆਉਂਦੀ ਨਹੀਂ, ਮੈਨੂੰ ਨਹੀਂ ਆਉਂਦੀ ਹੈ। ਕੱਲ ਗਿਣ ਜ਼ਰੂਰ ਦਿੱਤਾ ਕਿ ਆ ਹੋ ਜਵੇ। ਅਸੀਂ ਇਸ ਗੱਲ ਦਾ ਵੈਲਕਮ ਕਰਦੇ ਹਾਂ। ਜੇ ਇੰਨੇ ਲੋਕ ਆ ਰਹੇ ਆ, ਨਾ ਹੋਣ ਨਾਲੋਂ ਥੋੜਾ ਚੰਗਾ। ਪਰ ਉਹ ਇੱਕ ਇੰਜ ਲੱਗਦਾ ਕਿ ਜ਼ਿਆਦਾ ਤੁਹਾਨੂੰ ਇੱਕ ਕੀ ਕਹਿੰਦੇ ਹੁੰਦੇ ਆ, ਲੋਲੀਪੌਪ ਮੂੰਹ 'ਚ ਮਿੱਠਾ ਲੱਗੀ ਜਾਵੇ। ਪਰ ਉਹ ਜਾਣੇ ਹਾਂ, ਉਹਦੇ ਨਾਲ ਇੱਕ ਤੁਹਾਡਾ ਕੁਛ ਟਾਈਮ ਲੰਘ ਜੂਗਾ। ਜੇ ਕੁਛ ਹੁੰਦਾ ਧਰਾਤਲ ਤੇ ਆਪਾਂ 1 ਸਾਲ ਹੋਰ ਦੇਖ ਲੈਂਦੇ ਆ ਜਸ ਖੰਨਾ ਜੀ, ਕਿ ਕਿੰਨੀ ਕੁ ਇੰਡਸਟਰੀ ਇਹਦੇ 'ਚੋਂ 40,000 ਕਰੋੜ ਚੋਂ 10,000 15,000 ਕਰੋੜ ਇਨਵੈਸਟ ਹੋਇਆ ਜਾਂ ਨਹੀਂ ਹੋਇਆ, ਉਹ ਫਿਰ ਆਪਾਂ ਬਾਅਦ 'ਚ ਦੇਖਾਂਗੇ। ਐਗਜ਼ੈਕਟਲੀ ਕਿਉਂਕਿ ਨਾ ਉਹ ਇੱਕ ਕਹਾਵਤ ਹੈ, ਬਜ਼ੁਰਗ ਕਹਿੰਦੇ ਹੁੰਦੇ ਨੇ, ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ। ਉਹ ਵਾਲਾ ਹਿਸਾਬ ਹੈ ਕਿ ਕੋਈ ਸਟ੍ਰੈਟਜੀ ਨਹੀਂ, ਕੋਈ ਪਲੈਨਿੰਗ ਨਹੀਂ, ਕੋਈ ਯੋਜਨਾਬੰਦੀ ਨਹੀਂ। ਗੱਲਾਂ ਨੇ, ਜਾ ਕੇ ਉੱਥੇ ਛਾਪਾ ਮਾਰ ਲਿਆ, ਕਿਤੇ ਚੈਕਿੰਗ ਕਰਨ ਚਲੇ ਗਏ, ਫਿਰ ਐਡਵਰਟੀਜ਼ਮੈਂਟ ਲਗਾ ਦਿੱਤੀ, ਉੱਥੇ ਉਹਨੇ ਫੜੇ ਗਏ ਨੇ ਜੀ, ਇੱਥੇ ਆਹ ਕੰਮ ਕਰ ਦਿੱਤਾ ਜੀ, ਉੱਥੇ ਉਹ ਫੜ ਲਿਆ ਜੀ, ਇੱਥੇ ਆਹ ਕੰਮ ਕਰ ਦਿੱਤਾ ਜੀ।
ਪ੍ਰੈਕਟੀਕਲੀ ਉਹਦਾ ਕੋਈ ਫਾਇਦਾ ਸਟੇਟ ਨੂੰ, ਸਟੇਟ ਦੇ ਲੋਕਾਂ ਨੂੰ ਹਜੇ ਤੱਕ ਤੇ ਨਹੀਂ ਦਿਖਾਈ ਦੇ ਰਿਹਾ। ਇਹ ਕੋਈ ਨੈਗੇਟਿਵ ਹੋਣ ਵਾਲੀ ਗੱਲ ਨਹੀਂ ਹੈ, ਇਹ ਕੋਈ ਆਲੋਚਨਾ ਕਰਨ ਵਾਲੀ ਵੀ ਗੱਲ ਨਹੀਂ ਹੈ, ਪਰ ਇੱਕ ਸਿੱਧੀ ਸਾਦੀ ਗੱਲ ਹੈ, ਜਿਹੜੀ ਚੀਜ਼ ਵਿਖਾਈ ਦੇ ਰਹੀ ਹੈ ਉਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਕਾਫੀ ਸਮਾਂ ਹੋ ਚੁੱਕਾ ਹੈ। ਲੋਕ ਤਾਂ ਅੱਗੇ ਹੀ ਅੱਕੇ ਪਏ ਨੇ, ਥੱਕੇ ਪਏ ਨੇ। ਹੁਣ ਲੋਕਾਂ ਨੂੰ ਹੋਰ ਕਿੰਨੀ ਕੁ ਪ੍ਰੀਖਿਆ 'ਚ ਪਾਉਣਾ ਹੈ। ਹੁਣ ਚਾਹੀਦਾ ਹੈ ਕਿ ਫਟਾਫਟ ਕੀਤਾ ਜਾਵੇ, ਪਰ ਕੇਂਦਰ ਵੱਲੋਂ ਵੀ ਸਹਾਇਤਾ ਮਿਲਣੀ ਚਾਹੀਦੀ ਹੈ ਸੂਬੇ ਨੂੰ। ਉਹ ਵੀ ਤਾਂ ਉਨੀ ਨਹੀਂ ਮਿਲਦੀ ਨਾ ਮਨਜੀਤ ਜੀ, ਜਿੰਨੀ ਸੂਬੇ ਨੂੰ ਚਾਹੀਦੀ ਹੈ। ਸੋ ਇਹ ਕਈ ਪੋਲੀਟੀਕਲ ਓਬਲੀਗੇਸ਼ਨਸ ਨੇ, ਪੋਲੀਟੀਕਲ ਪ੍ਰੈਸ਼ਰਸ ਨੇ, ਪੋਲੀਟੀਕਲ ਕੰਪਲਸ਼ਨਸ ਨੇ, ਉਹ ਵੱਖਰੀਆਂ ਨੇ। ਸੋ ਇਹ ਰਾਜਨੀਤੀ ਖੇਡਦੇ ਜੋ ਸੂਬੇ ਦਾ, ਦੇਸ਼ ਦੇ ਲੋਕਾਂ ਦਾ, ਸੂਬੇ ਦੇ ਲੋਕਾਂ ਦਾ ਜੋ ਹਾਲ ਕਰਕੇ ਰੱਖ ਦਿੱਤਾ ਹੈ ਰਾਜਨੀਤੀ ਖੇਡਦੇ ਹੋਏ, ਇਹਦਾ ਤੇ ਰੱਬ ਹੀ ਮਾਲਿਕ ਹੈ। ਔਰ ਉਮੀਦ ਹੈ ਕਿ ਲੋਕ ਆਪਣੇ ਆਪ ਸੰਘਰਸ਼ ਵਿੱਚੋਂ, ਜਿਵੇਂ ਕਿਸਾਨਾਂ ਨੇ ਸੰਘਰਸ਼ ਵਿੱਚੋਂ ਇੱਕ ਰਾਹ ਕੱਢਿਆ, ਉਵੇਂ ਲੋਕ ਵੀ ਭਾਰਤ ਦੇ, ਪੰਜਾਬ ਦੇ ਸੰਘਰਸ਼ ਕਰਨ, ਆਪਣੇ ਵਾਸਤੇ ਆਪ ਇੱਕ ਰਾਹ ਕੱਢਣ, ਤਾਂ ਸ਼ਾਇਦ ਅਸੀਂ ਰੰਗਲਾ ਪੰਜਾਬ ਬਣਾਉਣ ਵਿੱਚ ਕਾਮਯਾਬ ਹੋ ਜਾਈਏ। ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ, ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ, ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਮਨਜੀਤ ਜੀ। ਬਹੁਤ ਧੰਨਵਾਦ ਹੈ ਸੰਜੀਵ ਜਸ ਖੰਨਾ ਜੀ। ਸੋ ਆਪਣੇ ਦਰਸ਼ਕਾਂ ਨੂੰ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਤੇ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ। ਸਤਿ ਸ਼੍ਰੀ ਅਕਾਲ।